ਯਹੂਦਾ ਦੀ ਪੱਤਰੀ ਯੂਨਾਨੀ ਅਤੇ ਇਬਰਾਨੀ ਭਾਸ਼ਾ ਦੇ ਉਚਾਰਨ ਦੇ ਅਨੁਸਾਰ ਯਹੂਦਾ ਜ਼ਿਆਦਾ ਸਟੀਕ ਹੈ। ਯਹੂਦਾ ਯਿਸੂ ਦੇ 4 ਭਰਾਵਾਂ ਵਿੱਚੋਂ ਇੱਕ ਸੀ, ਜਿਨ੍ਹਾਂ ਦਾ ਨਾਮ ਅੰਜੀਲਾਂ ਵਿੱਚ ਦਿੱਤਾ ਗਿਆ ਹੈ। ਯਿਸੂ ਦੇ ਕਿਸੇ ਵੀ ਭਰਾ ਨੇ ਉਸ ਦੀ ਮੌਤ ਤੋਂ ਪਹਿਲਾਂ ਉਸ ਨੂੰ ਮਸੀਹਾ ਦੇ ਰੂਪ ਵਿੱਚ ਕਬੂਲ ਨਹੀਂ ਕੀਤਾ ਸੀ, ਪਰ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਫਿਰ ਉਹ ਵੀ ਯਿਸੂ ਦੇ ਚੇਲੇ ਬਣ ਗਏ ਸਨ। ਅੱਗੇ ਚੱਲ ਕੇ ਇਹ ਯਿਸੂ ਦੇ ਸਾਰੇ ਭਰਾ ਸ਼ੁਰੂਆਤੀ ਯਹੂਦੀ ਮਸੀਹ ਸਮਾਜ ਦੇ ਆਗੂ ਬਣ ਗਏ ਸਨ ਅਤੇ ਯਹੂਦਾ ਨੂੰ ਯਾਤਰੀ ਸਿੱਖਿਅਕ ਅਤੇ ਮਿਸ਼ਨਰੀ ਵਜੋਂ ਜਾਣਿਆ ਗਿਆ। ਅਤੇ ਇਹ ਸਾਨੂੰ ਇਸ ਪੱਤਰੀ ਦੇ ਉਦੇਸ਼ ਨੂੰ ਸਮਝਣ ਲਈ ਉਸ ਦਾ ਪਿਛੋਕੜ ਦੱਸਦਾ ਹੈ। ਅਸੀਂ ਇਹ ਨਹੀਂ ਜਾਣਦੇ ਕਿ ਉਸਨੇ ਕਿਸ ਵਿਸ਼ੇਸ਼ ਕਲੀਸਿਆਈ ਸਮਾਜ ਨੂੰ ਲਿਖਿਆ ਸੀ, ਪਰ ਉਹ ਸਮਾਜ ਸ਼ਾਇਦ ਵਧੇਰੇ ਯਹੂਦੀ ਮਸੀਹੀ ਲੋਕਾਂ ਦਾ ਹੋਵੇਗਾ। ਉਸ ਦੀ ਲਿਖਣ ਦੀ ਸ਼ੈਲੀ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਇਬਰਾਨੀ ਪੁਰਾਣੇ ਨੇਮ ਦੇ ਨਾਲ-ਨਾਲ ਹੋਰ ਯਹੂਦੀ ਸਾਹਿਤ ਦਾ ਡੂੰਘਾ ਗਿਆਨ ਸੀ। ਯਹੂਦਾ ਨੂੰ ਇਸ ਕਲੀਸਿਆ ਵਿੱਚ ਚੱਲ ਰਹੇ ਸੰਕਟ ਬਾਰੇ ਪਤਾ ਲੱਗਾ ਸੀ ਅਤੇ ਇਹ ਸਾਨੂੰ ਇਸ ਪੱਤਰੀ ਦੀ ਰਚਨਾ ਸਮਝਣ ਵਿੱਚ ਮਦਦ ਕਰਦਾ ਹੈ। ਇਹ ਪੱਤਰੀ ਆਰੰਭਿਕ ਆਦੇਸ਼ ਨਾਲ ਸ਼ੁਰੂ ਹੁੰਦੀ ਹੈ। ਉਸ ਤੋਂ ਬਾਅਦ ਉਹ ਉਹਨਾਂ ਝੂਠੇ ਸਿੱਖਕਾਂ ਉੱਤੇ ਦੋਸ਼ ਲਾਉਂਦਾ ਹੈ ਅਤੇ ਲੰਮੀ ਚੇਤਾਵਨੀ ਦਿੰਦਾ ਹੈ ਜਿਨ੍ਹਾਂ ਨੇ ਇਸ ਕਲੀਸਿਆ ਨੂੰ ਪ੍ਰਭਾਵਿਤ ਕੀਤਾ ਸੀ। ਅਤੇ ਫਿਰ ਯਹੂਦਾ ਇਸ ਅੰਤਿਮ ਆਦੇਸ਼ ਨਾਲ ਸਮਾਪਤ ਕਰਦਾ ਹੈ ਕਿ ਇਸ ਕਲੀਸਿਆ ਨੂੰ ਕੀ ਕਰਨਾ ਚਾਹੀਦਾ ਹੈ। ਯਹੂਦਾ ਇਸ ਕਲੀਸਿਆ ਨੂੰ ਸੱਚੇ ਮਸੀਹੀ ਵਿਸ਼ਵਾਸ ਵਿੱਚ ਦ੍ਰਿੜ ਬਣੇ ਰਹਿਣ ਦਾ ਆਦੇਸ਼ ਦਿੰਦਾ ਹੈ। ਉਹ ਕਹਿੰਦਾ ਹੈ ਕਿ ਉਸ ਦੀ ਯੋਜਨਾ ਤਾਂ ਕਿਸੇ ਲੰਮੇ ਕੰਮ ਦੇ ਵਿਸ਼ੇ ਵਿੱਚ ਲਿਖਣਾ ਸੀ ਜੋ ਮਸੀਹ ਦੀ ਮੁਕਤੀ ਦੇ ਬਾਰੇ ਵਿਸਤ੍ਰਿਤ ਵਰਣਨ ਸੀ, ਪਰ ਹੁਣ ਇਸ ਨੂੰ ਬਾਅਦ ਵਿੱਚ ਲਿਖੇਗਾ ਕਿਉਂਕਿ ਉਸ ਨੇ ਕਲੀਸਿਆ ਦੇ ਵਿਸ਼ੇ ਵਿੱਚ ਕੁਝ ਜ਼ਰੂਰੀ ਗੱਲ ਸੁਣੀ ਸੀ ਅਤੇ ਇਸ ਲਈ ਉਹ ਇਹ ਛੋਟੀ ਵਿਚਾਰਸ਼ੀਲ ਪੱਤਰੀ ਲਿਖਦਾ ਹੈ। ਯਹੂਦਾ ਇਹ ਕਹਿੰਦੇ ਹੋਏ ਆਰੰਭ ਨਹੀਂ ਕਰਦਾ ਕਿ ਉਹਨਾਂ ਨੂੰ ਵਿਸ਼ਵਾਸ ਵਿੱਚ ਕਿਵੇਂ ਦ੍ਰਿੜ ਬਣੇ ਰਹਿਣਾ ਹੈ, ਬਲਕਿ ਉਹ ਪਹਿਲਾਂ ਕਹਿੰਦਾ ਹੈ ਕਿ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ, ਕਿਉਂਕਿ ਝੂਠੇ ਸਿੱਖਿਅਕ ਕਲੀਸਿਆ ਵਿੱਚ ਵੜ ਆਏ ਹਨ ਅਤੇ ਉਹ ਉਹਨਾਂ ਦੀ ਸਿੱਖਿਆ ਨੂੰ ਨਹੀਂ ਬਲਕਿ ਉਹਨਾਂ ਦੀ ਜੀਵਨ ਸ਼ੈਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਉਹਨਾਂ ਦਾ ਬੁਰਾ ਨੈਤਿਕ ਚਾਲ ਚੱਲਣ ਹੀ ਤੁਹਾਨੂੰ ਦੱਸਦਾ ਹੈ ਕਿ ਉਹਨਾਂ ਦਾ ਧਰਮ ਸਿਧਾਂਤ ਕਿੰਨਾ ਦੁਸ਼ਟਤਾ ਵਾਲਾ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਪਰਮੇਸ਼ਵਰ ਦੀ ਕਿਰਪਾ ਨੂੰ ਵਿਗਾੜ ਦਿੱਤਾ ਅਤੇ ਉਸ ਨੂੰ ਪਾਪ ਕਰਨ ਦਾ ਸਾਧਨ ਬਣਾਇਆ। ਉਹ ਸੋਚਦੇ ਸਨ ਕਿ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਕੋਲ ਪਰਮੇਸ਼ਵਰ ਦਾ ਆਤਮਾ ਹੈ ਅਤੇ ਹੁਣ ਉਹ ਆਪਣੀ ਮਨਮਾਨੀ ਕਰ ਸਕਦੇ ਹਨ, ਖਾਸ ਕਰਕੇ ਜਦੋਂ ਧਨ ਅਤੇ ਵਿਭਚਾਰ ਦੀ ਗੱਲ ਆਉਂਦੀ ਹੈ। ਸੋ ਇਸ ਲਈ ਯਹੂਦਾ ਕਹਿੰਦਾ ਹੈ ਕਿ ਉਹਨਾਂ ਨੇ ਯਿਸੂ ਦੇ ਅਧਿਕਾਰ ਅਤੇ ਉਹਦੀ ਸਿੱਖਿਆ ਨੂੰ ਅਸਵੀਕਾਰ ਕਰਕੇ ਯਿਸੂ ਦੇ ਨਾਲ ਧੋਖਾ ਕੀਤਾ ਅਤੇ ਯਹੂਦਾ ਚਾਹੁੰਦਾ ਹੈ ਕਿ ਕਲੀਸਿਆ ਇਹ ਜਾਣ ਲਵੇ ਕਿ ਇਹਨਾਂ ਸਿੱਖਕਾਂ ਦਾ ਆਉਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਉਹ ਉਹਨਾਂ ਤੋਂ ਦੂਰ ਰਹਿਣ ਲਈ ਇੱਕ ਲੰਮੀ ਚੇਤਾਵਨੀ ਦਿੰਦਾ ਹੈ। ਉਹ ਪਹਿਲਾਂ ਪੁਰਾਣੇ ਨੇਮ ਤੋਂ 2 ਭਾਗ ਵਿੱਚੋਂ 3 ਉਦਾਹਰਨਾਂ ਨੂੰ ਪ੍ਰਗਟ ਕਰਦਾ ਹੈ। ਇਹਨਾਂ ਤਿੰਨਾਂ ਵਿੱਚੋਂ ਪਹਿਲਾਂ ਉਹਨਾਂ ਬਗਾਵਤੀ ਲੋਕਾਂ ਬਾਰੇ ਹੈ ਜਿਨ੍ਹਾਂ ਨੇ ਪਹਿਲਾਂ ਇਸ ਈਸ਼ਵਰੀ ਦੰਡ ਪਾਇਆ ਸੀ। ਇਸ ਲਈ ਇਸਰਾਏਲੀ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਉਹਨਾਂ ਨੂੰ ਉਹੀ ਮਿਲਿਆ ਜੋ ਉਹ ਚਾਹੁੰਦੇ ਸਨ ਅਤੇ ਫਿਰ ਉਹ ਉੱਥੇ ਵਿਚਕਾਰ ਹੀ ਮਰ ਗਏ। ਫਿਰ ਉਹ ਸਵਰਗਦੂਤਾਂ ਦੀ ਕਹਾਣੀ ਦੱਸਦਾ ਹੈ ਜੋ ਵਿਰੋਧ ਦੇ ਕਾਰਨ ਉਦੋਂ ਤੱਕ ਲਈ ਬੰਦੀ ਬਣਾ ਲਏ ਗਏ ਸਨ ਜਦੋਂ ਤੱਕ ਉਹ ਪਰਮੇਸ਼ਵਰ ਦੇ ਨਿਆਂ ਦਾ ਸਾਹਮਣਾ ਨਾ ਕਰ ਲੈਣ। ਇੱਥੇ ਉਹ ਉਤਪਤ 6 ਦੀ ਕਹਾਣੀ ਦੀ ਵਿਆਖਿਆ ਦਾ ਜ਼ਿਕਰ ਕਰ ਰਿਹਾ ਹੈ ਜਿਸ ਨੂੰ ਪਹਿਲਾਂ ਹਨੋਕ ਨਾਮਕ ਮਸ਼ਹੂਰ ਯਹੂਦੀ ਗ੍ਰੰਥ ਵਿੱਚ ਪਾਇਆ ਗਿਆ ਹੈ, ਜਿੱਥੇ ਪਰਮੇਸ਼ਵਰ ਦੇ ਪੁੱਤਰਾਂ ਦਾ ਅਰਥ ਉਹਨਾਂ ਸਵਰਗਦੂਤਾਂ ਨਾਲ ਹੈ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਅਤੇ ਫਿਰ ਔਰਤਾਂ ਨਾਲ ਵਿਭਚਾਰ ਕੀਤਾ ਅਤੇ ਉਸ ਦੇ ਅਨੁਸਾਰ ਉਹਨਾਂ ਦਾ ਨਿਆਂ ਕੀਤਾ ਗਿਆ ਸੀ। ਯਹੂਦਾ ਇਸ ਕਹਾਣੀ ਨੂੰ ਆਪਣੀ ਤੀਸਰੀ ਉਦਾਹਰਨ ਨਾਲ ਜੋੜਦਾ ਹੈ ਜੋ ਉਤਪਤ ਦੀ ਸਦੂਮ ਅਤੇ ਅਮੋਰਾ ਦੇ ਨਾਸ਼ ਬਾਰੇ ਹੈ, ਜਿੱਥੇ ਬਗਾਵਤੀ ਲੋਕਾਂ ਨੇ ਸਵਰਗਦੂਤਾਂ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਦੋਵੇਂ ਕਹਾਣੀਆਂ ਪਰਮੇਸ਼ਵਰ ਦੇ ਨਿਯਮਾਂ ਦੇ ਵਿਰੁੱਧ ਹਨ, ਜਿਸ ਦੇ ਕਾਰਨ ਉਹ ਜਿਨਸੀ ਸੰਬੰਧਾਂ ਵਿੱਚ ਅਨੈਤਿਕਤਾ ਵੱਲ ਗਏ ਅਤੇ ਦੇਖਿਆ ਜਾਵੇ ਤਾਂ ਝੂਠੇ ਸਿੱਖਿਅਕ ਵੀ ਇਸ ਹੀ ਅਪਰਾਧ ਵਿੱਚ ਦੋਸ਼ੀ ਹਨ। ਇਸ ਤੋਂ ਬਾਅਦ ਯਹੂਦਾ ਮੂਸਾ ਦੇ ਨੇਮ ਨਾਮਕ ਇੱਕ ਲੋਕ ਪ੍ਰਸਿੱਧ ਯਹੂਦੀ ਗ੍ਰੰਥ ਤੋਂ ਇੱਕ ਹੋਰ ਉਦਾਹਰਨ ਲਿਆਉਂਦਾ ਹੈ। ਹਨੋਕ ਦੀ ਤਰ੍ਹਾਂ ਇਹ ਪੁਰਾਣੇ ਨੇਮ ਦੇ ਗ੍ਰੰਥਾਂ ਦਾ ਹਿੱਸਾ ਨਹੀਂ ਸੀ ਅਤੇ ਇਹ ਮੂਸਾ ਦੇ ਅੰਤਿਮ ਦਿਨਾਂ ਦੇ ਬਾਰੇ ਅਤੇ ਸ਼ਬਦਾਂ ਦਾ ਰਚਨਾਤਮਕ ਵਰਣਨ ਸੀ ਜੋ ਵਿਵਸਥਾ ਸਾਰ ਤੇ ਆਧਾਰਿਤ ਸੀ। ਇਸ ਭਾਗ ਵਿੱਚ ਯਹੂਦਾ ਉਸ ਪੁਸਤਕ ਵਿੱਚੋਂ ਦੱਸਦਾ ਹੈ ਕਿ ਜਦੋਂ ਮੂਸਾ ਦੀ ਮੌਤ ਹੋ ਗਈ ਤਾਂ ਇੱਕ ਚੰਗਾ ਸਵਰਗਦੂਤ ਮੀਕਾਇਲ ਮੂਸਾ ਦੇ ਖਿਲਾਫ ਲਾਏ ਜਾ ਰਹੇ ਦੋਸ਼ ਦਾ ਖੰਡਨ ਕਰਦਾ ਹੈ, ਪਰ ਉਹ ਅੰਤਿਮ ਨਿਆਂ ਪਰਮੇਸ਼ਵਰ ਦੇ ਛੱਡਣ ਦਾ ਫੈਸਲਾ ਕਰਦਾ ਹੈ। ਹੁਣ ਇਹ ਕਹਾਣੀਆਂ ਤੁਹਾਨੂੰ ਅਜੀਬ ਲੱਗ ਸਕਦੀਆਂ ਹਨ, ਪਰ ਯਹੂਦੀਆਂ ਲਈ ਜੋ ਇਸ ਗ੍ਰੰਥ ਨੂੰ ਮੰਨਦੇ ਹੋਏ ਵੱਡੇ ਹੋਏ ਸਨ ਉਹਨਾਂ ਨੂੰ ਯਹੂਦਾ ਦੀਆਂ ਚੇਤਾਵਨੀਆਂ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ। ਇਹ ਝੂਠੇ ਸਿੱਖਕਾਂ ਦੇ ਵਿਵਹਾਰ ਦੇ ਪਿੱਛੇ ਕੁਝ ਪ੍ਰਾਚੀਨ ਜੜ੍ਹਾਂ ਸਨ। ਪਰਮੇਸ਼ਵਰ ਦੇ ਅਧਿਕਾਰ ਦੇ ਵਿਰੁੱਧ ਬਗਾਵਤ, ਜਿਨਸੀ ਅਨੈਤਿਕਤਾ ਅਤੇ ਪਰਮੇਸ਼ਵਰ ਦੇ ਦੂਤਾਂ ਨੂੰ ਅਸਵੀਕਾਰ ਕਰਨਾ ਅਤੇ ਇਹ ਸਾਨੂੰ ਦੂਸਰੇ 3 ਉਦਾਹਰਨਾਂ ਨਾਲ ਜੋੜਦਾ ਹੈ। ਇਹ ਸਭ ਉਹਨਾਂ ਬਗਾਵਤੀਆਂ ਦੇ ਵਿਸ਼ੇ ਵਿੱਚ ਹੈ ਜੋ ਦੂਸਰਿਆਂ ਨੂੰ ਭ੍ਰਿਸ਼ਟ ਕਰ ਰਹੇ ਸਨ। ਕਾਇਨ ਨੇ ਆਪਣੇ ਭਾਈ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਹ ਇਸ ਤਰ੍ਹਾਂ ਦੇ ਸ਼ਹਿਰ ਦਾ ਨਿਰਮਾਣ ਕਰਦਾ ਹੈ ਜਿੱਥੇ ਹਿੰਸਾ ਦਾ ਰਾਜ ਹੁੰਦਾ ਹੈ। ਬਿਲਆਮ ਇਸਰਾਏਲ ਨੂੰ ਸ਼ਰਾਪ ਨਹੀਂ ਦੇ ਸਕਿਆ, ਇਸ ਲਈ ਉਸਨੇ ਉਹਨਾਂ ਨੂੰ ਮੂਰਤੀ ਪੂਜਾ ਅਤੇ ਜਿਨਸੀ ਅਨੈਤਿਕਤਾ ਨਾਲ ਲੁਭਾਇਆ। ਫਿਰ ਕੋਹਰ ਜੋ ਲੇਵੀ ਸੀ ਉਸਨੇ ਮੂਸਾ ਦੇ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ ਜਿਸ ਦੇ ਸਿੱਟੇ ਵਜੋਂ ਦੂਸਰਿਆਂ ਤੇ ਬਿਪਤਾ ਆਈ।
ਦੂਸਰੇ ਭਾਗ ਦੇ ਅੰਤ ਦੇ ਵਿੱਚ ਯਹੂਦਾ ਇਹਨਾਂ ਸਿੱਖਕਾਂ ਦੇ ਵਿਸ਼ੇ ਵਿੱਚ ਪੁਰਾਣੇ ਨੇਮ ਦੇ ਕੁਝ ਚਿੱਤਰਾਂ ਦਾ ਸਹਾਰਾ ਲੈਂਦਾ ਹੈ ਜੋ ਹਿਜ਼ਕੀਏਲ ਵਿੱਚ ਲਿਖੇ ਸਵਾਰਥੀ ਚਰਵਾਹਿਆਂ ਦੇ ਸਮਾਨ ਸੀ, ਜਾਂ ਕਹੋਤਾਂ ਵਿੱਚ ਲਿਖੇ ਉਹਨਾਂ ਬੱਦਲਾਂ ਦੇ ਸਮਾਨ ਸੀ ਜਿਨ੍ਹਾਂ ਵਿੱਚ ਵਰਖਾ ਨਾ ਹੋਵੇ, ਜਾਂ ਯਸ਼ਾਇਆ ਵਿੱਚ ਲਿਖੀਆਂ ਉਛਲਦੀਆਂ ਲਹਿਰਾਂ ਦੇ ਵਾਂਗ ਹਨ। ਯਿਸੂ ਦੇ ਪਿੱਛੇ ਚੱਲਣ ਦੇ ਉਹਨਾਂ ਦੇ ਦਾਅਵੇ ਉਹਨਾਂ ਦੇ ਆਪਣੇ ਜੀਵਨ ਨਾਲ ਮੇਲ ਨਹੀਂ ਖਾਂਦੇ। ਉਹ ਜਿੱਥੇ ਵੀ ਜਾਂਦੇ ਹਨ ਗੜਬੜੀ ਪੈਦਾ ਕਰਦੇ ਹਨ। ਯਹੂਦਾ ਇੱਕ ਪ੍ਰਾਚੀਨ ਅਤੇ ਇੱਕ ਵਰਤਮਾਨ ਚੇਤਾਵਨੀ ਦੇ ਨਾਲ ਆਪਣੀ ਚੇਤਾਵਨੀ ਸਮਾਪਤ ਕਰਦਾ ਹੈ। ਪਹਿਲੀ ਫਿਰ ਤੋਂ ਪਹਿਲਾਂ ਹਨੋਕ ਦੀ ਲੋਕ ਪ੍ਰਸਿੱਧ ਪੁਸਤਕ ਤੋਂ ਆਉਂਦੀ ਹੈ, ਜਿਸ ਵਿੱਚ ਉਤਪਤੀ ਪੁਸਤਕ ਦੇ ਪ੍ਰਾਚੀਨ ਵਿਅਕਤੀ ਹਨੋਕ ਦੇ ਦਰਸ਼ਨ ਸ਼ਾਮਿਲ ਹਨ। ਹੁਣ ਦਿਲਚਸਪ ਗੱਲ ਇਹ ਹੈ ਕਿ ਯਹੂਦਾ ਹਨੋਕ ਦੇ ਸ਼ੁਰੂਆਤੀ ਅਧਿਆਇ ਦੇ ਹਵਾਲੇ ਦਾ ਉਲੇਖ ਕਰਦਾ ਹੈ ਜੋ ਮਨੁੱਖੀ ਬੁਰਾਈ ਉੱਤੇ ਪ੍ਰਭੂ ਦੇ ਨਿਆਂ ਉੱਤੇ ਅਖੀਰਲੇ ਦਿਨਾਂ ਬਾਰੇ ਹੈ, ਅਤੇ ਜਿਸ ਵਿੱਚ ਲਗਭਗ ਅੱਧੇ ਦਰਜਨ ਪੁਰਾਣੇ ਨੇਮ ਦੇ ਵਚਨਾਂ ਦਾ ਉਲੇਖ ਹੈ। ਤਦ ਯਹੂਦਾ ਹਨੋਕ ਦੀ ਪ੍ਰਾਚੀਨ ਚੇਤਾਵਨੀ ਨੂੰ ਚੇਲਿਆਂ ਦੀ ਵਰਤਮਾਨ ਚੇਤਾਵਨੀ ਨਾਲ ਮਿਲਾਉਂਦਾ ਹੈ। ਪਤਰਸ, ਯਹੂਨਾ ਅਤੇ ਪੌਲੁਸ ਸਭ ਨੇ ਭਵਿੱਖਬਾਣੀ ਕੀਤੀ ਸੀ ਕਿ ਝੂਠੇ ਸਿੱਖਿਅਕ ਆਉਣਗੇ ਅਤੇ ਯਿਸੂ ਦੇ ਸ਼ੁਭ ਸਮਾਚਾਰ ਨੂੰ ਵਿਗਾੜ ਦੇਣਗੇ, ਅਤੇ ਉਹ ਖੁਦ ਇਸੇ ਵਿਸ਼ੇ ਵਿੱਚ ਯਿਸੂ ਦੁਆਰਾ ਪਹਿਲਾਂ ਤੋਂ ਹੀ ਦਿੱਤੀ ਚੇਤਾਵਨੀ ਨੂੰ ਦੁਹਰਾ ਰਹੇ ਸਨ। ਅਤੇ ਹੁਣ ਇਸ ਕਲੀਸਿਆ ਨੂੰ ਹੋਰ ਵਧੇਰੇ ਵਿਸ਼ਵਾਸ ਦਿਵਾਉਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ ਅਤੇ ਇਹਨਾਂ ਸਿੱਖਕਾਂ ਦੇ ਨਾਲ ਡਟ ਕੇ ਪੇਸ਼ ਹੋਣਾ ਚਾਹੀਦਾ ਹੈ। ਸੋ ਇਸ ਤੋਂ ਬਾਅਦ ਯਹੂਦਾ ਸਮਾਪਤੀ ਵੱਲ ਵੱਧਦਾ ਹੈ। ਉਹ ਵਿਸ਼ਵਾਸ ਵਿੱਚ ਦ੍ਰਿੜ ਬਣੇ ਰਹਿਣ ਦੇ ਵਿਸ਼ੇ ਵਿੱਚ ਆਪਣੀ ਸ਼ੁਰੂਆਤੀ ਪੰਕਤੀ ਨੂੰ ਲੈਂਦਾ ਹੈ ਅਤੇ ਰੂਪਕਾਂ ਦੇ ਇੱਕ ਠੰਡੇ ਪਏ ਸਮੂਹ ਨਾਲ ਅਜਿਹਾ ਕਿਵੇਂ ਕਰਨਾ ਸਮਝਾਉਂਦਾ ਹੈ। ਉਹ ਯਿਸੂ ਦੇ ਭਾਈਚਾਰੇ ਨੂੰ ਪਰਮੇਸ਼ਵਰ ਦੀ ਨਵੀਂ ਹੈਕਲ ਵਜੋਂ ਵਰਣਨ ਕਰਦਾ ਹੈ ਅਤੇ ਇਸ ਲਈ ਆਪਣੇ ਜੀਵਨ ਨੂੰ ਅਤੀ ਪਵਿੱਤਰ ਵਿਸ਼ਵਾਸ ਦੀ ਨੀਂਹ ਉੱਤੇ ਬਣਾਉਣਾ ਚਾਹੁੰਦਾ ਹੈ ਜੋ ਸਾਡੇ ਪਾਪਾਂ ਲਈ ਯਿਸੂ ਦੇ ਜੀਵਨ, ਮੌਤ ਅਤੇ ਜੀ ਉੱਠਣ ਦੀ ਖੁਸ਼ਖਬਰੀ ਦੇ ਮੁੱਖ ਸੰਦੇਸ਼ ਨੂੰ ਪ੍ਰਗਟ ਕਰਦਾ ਹੈ। ਉਸੇ ਨੀਂਹ ਉੱਤੇ ਕਲੀਸਿਆ ਖੁਦ ਨੂੰ ਪ੍ਰਾਰਥਨਾ ਦੇ ਸਮਰਪਣ ਦੁਆਰਾ ਬਣਾਵੇ, ਅਰਥਾਤ ਆਪਣੇ ਆਪ ਨੂੰ ਆਗਿਆਕਾਰੀ ਨਾਲ ਪਰਮੇਸ਼ਵਰ ਦੇ ਪ੍ਰੇਮ ਦੇ ਪ੍ਰਤੀ ਸਮਰਪਿਤ ਕਰੇ, ਅਤੇ ਇਸ ਇਮਾਰਤ ਦੀ ਪਵਿੱਤਰਤਾ ਯਿਸੂ ਦੀ ਵਾਪਸੀ ਲਈ ਸਾਵਧਾਨ ਰਹਿ ਕੇ ਬਣਾਈ ਜਾਵੇਗੀ ਜੋ ਨਿਆਂ ਅਤੇ ਦਇਆ ਨੂੰ ਲਿਆਵੇਗੀ। ਅਤੇ ਇਸ ਤਰ੍ਹਾਂ ਕਰਨ ਨਾਲ ਉਹ ਇੱਕ ਦੂਸਰੇ ਦੀ ਯਿਸੂ ਦੇ ਪ੍ਰਤੀ ਵਿਸ਼ਵਾਸਯੋਗ ਬਣੇ ਰਹਿਣ ਵਿੱਚ ਸਹਾਇਤਾ ਕਰਨਗੇ। ਤਦ ਯਹੂਦਾ ਪਰਮੇਸ਼ਵਰ ਦੀ ਮਹਿਮਾ ਕਰਦਾ ਹੋਇਆ ਸਮਾਪਤ ਕਰਦਾ ਹੈ ਜੋ ਆਪਣੇ ਲੋਕਾਂ ਦੀ ਰੱਖਿਆ ਕਰੇਗਾ ਅਤੇ ਉਹਨਾਂ ਨੂੰ ਦਇਆ ਤੋਂ ਵਾਂਝੇ ਹੋਣ ਤੋਂ ਬਚਾਈ ਰੱਖੇਗਾ। ਯਹੂਦਾ ਦਾ ਇਹ ਛੋਟਾ ਪੱਤਰ ਸਮਰਥਾ ਨਾਲ ਭਰਿਆ ਹੋਇਆ ਹੈ ਅਤੇ ਅੱਜ ਦੇ ਪੜ੍ਹਨ ਵਾਲਿਆਂ ਨੂੰ ਉਲਝਣ ਵਿੱਚ ਪਾਉਂਦਾ ਹੈ ਜੋ ਪੁੱਛਦੇ ਹਨ ਕਿ ਉਹ ਉਹਨਾਂ ਬਚਨਾਂ ਦਾ ਉਲੇਖ ਕਿਉਂ ਕਰਦਾ ਹੈ ਜਿਨ੍ਹਾਂ ਨੂੰ ਅੱਜ ਇਬਰਾਨੀ ਬਾਈਬਲ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਪਹਿਲਾਂ ਹਨੋਕ ਜਾਂ ਮੂਸਾ ਦੇ ਨਿਯਮ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਉਸ ਸਮੇਂ ਦੀ ਯਹੂਦੀ ਸੰਸਕ੍ਰਿਤੀ ਧਾਰਮਿਕ ਗ੍ਰੰਥਾਂ ਵਿੱਚ ਪਾਈ ਜਾਂਦੀ ਸੀ। ਯਿਸੂ ਅਤੇ ਉਸ ਦਾ ਪਰਿਵਾਰ ਅਤੇ ਸ਼ੁਰੂਆਤੀ ਯਹੂਦੀ ਮਸੀਹੀ ਇਬਰਾਨੀ ਬਾਈਬਲ ਅਤੇ ਉਸ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਕਈ ਬਾਕੀ ਪੁਸਤਕਾਂ ਨੂੰ ਪੜ੍ਹ ਕੇ ਵੱਡੇ ਹੋਏ ਜੋ ਪਵਿੱਤਰ ਸ਼ਾਸਤਰ ਤੇ ਆਧਾਰਿਤ ਅਤੇ ਪ੍ਰੇਰਿਤ ਸੀ। ਅਤੇ ਅਸੀਂ ਜਾਣਦੇ ਹਾਂ ਕਿ ਇਹ ਇੱਕ ਪੁਰਾਣਾ ਵਿਵਾਦ ਸੀ ਕਿ ਬਾਅਦ ਵਿੱਚ ਆਈਆਂ ਪੁਸਤਕਾਂ ਨੂੰ ਪਵਿੱਤਰ ਸ਼ਾਸਤਰ ਮੰਨਿਆ ਜਾਵੇ ਜਾਂ ਨਹੀਂ, ਪਰ ਇਸ ਦੇ ਬਾਵਜੂਦ ਉਹ ਫਿਰ ਵੀ ਮਹੱਤਵਪੂਰਨ ਹਨ। ਪਰਮੇਸ਼ਵਰ ਦੇ ਲੋਕਾਂ ਨੂੰ ਮਹੱਤਵਪੂਰਨ ਸੰਦੇਸ਼ ਦੇਣ ਲਈ ਕਿਸੇ ਪੁਸਤਕ ਦਾ ਬਾਈਬਲ ਵਿੱਚ ਹੋਣਾ ਜ਼ਰੂਰੀ ਨਹੀਂ ਹੈ, ਅਤੇ ਇਸ ਲਈ ਸਾਡੇ ਕੋਲ ਉਸ ਸਮੇਂ ਤੋਂ ਬਹੁਤ ਸਾਰੇ ਯਹੂਦੀ ਗ੍ਰੰਥ ਹਨ ਅਤੇ ਉਹਨਾਂ ਨੂੰ ਅੱਜ ਐਪੋਕ੍ਰਾਈਫਾ ਦੇ ਸੰਗ੍ਰਹਿ ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ ਡਿਊਟਰੋਕੈਨਨ ਦੇ ਨਾਲ-ਨਾਲ ਸੁਡੇਪੀਗਾਫਾ ਵੀ ਕਿਹਾ ਜਾਂਦਾ ਹੈ। ਇਹਨਾਂ ਸਭਨਾਂ ਨੂੰ ਯਹੂਦੀ ਅਤੇ ਮਸੀਹੀ ਸਮਾਜ ਵਿੱਚ ਸੁਰੱਖਿਅਤ ਕੀਤਾ ਗਿਆ ਸੀ, ਅਰਥਾਤ ਇਹਨਾਂ ਨੂੰ ਪੜ੍ਹਾਇਆ ਜਾਂਦਾ ਸੀ, ਇਹਨਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਮੂਲ ਰੂਪ ਵਿੱਚ ਇਬਰਾਨੀ ਬਾਈਬਲ ਦਾ ਹਿੱਸਾ ਹੋਣ ਲਈ ਰਚਿਆ ਗਿਆ ਸੀ, ਪਰ ਉਹ ਬਾਈਬਲ ਦੀ ਸੰਸਕ੍ਰਿਤੀ ਦਾ ਹਿੱਸਾ ਹਨ। ਅਤੇ ਇਸ ਲਈ ਯਹੂਦਾ ਇਹ ਜਾਣਦੇ ਹੋਏ ਕਿ ਉਸ ਦੇ ਪਾਠਕ ਪਹਿਲੇ ਹਨੋਕ ਦੇ ਬਚਨਾਂ ਨੂੰ ਮਹੱਤਵ ਦੇਣਗੇ, ਇਸ ਦਾ ਇਸਤੇਮਾਲ ਆਪਣੇ ਸੰਦੇਸ਼ ਨੂੰ ਸਮਝਾਉਣ ਲਈ ਕਰਦਾ ਹੈ ਜੋ ਇਹ ਹੈ, ਯਿਸੂ ਦੁਆਰਾ ਪਰਮੇਸ਼ਵਰ ਦੀ ਕਿਰਪਾ ਕੇਵਲ ਅਕਲੀ ਸਹਿਮਤੀ ਨਹੀਂ ਬਲਕਿ ਸੰਪੂਰਨ ਜੀਵਨ ਦਾ ਸਮਰਪਣ ਚਾਹੁੰਦੀ ਹੈ। ਧਿਆਨ ਦਿਓ ਕਿ ਯਹੂਦਾ ਇਹ ਸਿੱਖਕਾਂ ਦੇ ਧਰਮ ਸਿਧਾਂਤਾਂ ਦੀ ਆਲੋਚਨਾ ਜਾਂ ਧਿਆਨ ਕੇਂਦਰਿਤ ਨਹੀਂ ਕਰਦਾ, ਬਲਕਿ ਉਹਨਾਂ ਦੀ ਉਸ ਭ੍ਰਿਸ਼ਟ ਜੀਵਨ ਸ਼ੈਲੀ ਦੀ ਗੱਲ ਕਰਦਾ ਹੈ ਜੋ ਖੁਦ ਯਿਸੂ ਦਾ ਇਨਕਾਰ ਕਰਦੀ ਹੈ। ਸੋ ਇਸ ਲਈ ਯਹੂਦਾ ਉਹਨਾਂ ਗੱਲਾਂ ਨੂੰ ਲਾਗੂ ਕਰਦਾ ਹੈ ਜੋ ਯਿਸੂ ਨੇ ਪਹਿਲਾਂ ਆਪਣੇ ਚੇਲਿਆਂ ਨੂੰ ਦੱਸੀਆਂ ਸਨ ਕਿ ਜੇਕਰ ਤੁਸੀਂ ਸੱਚਮੁੱਚ ਮੇਰੇ ਨਾਲ ਪ੍ਰੇਮ ਕਰਦੇ ਹੋ ਤਾਂ ਮੇਰੀਆਂ ਆਗਿਆਵਾਂ ਦਾ ਪਾਲਣ ਕਰੋਗੇ। ਮਸੀਹਾਂ ਦੇ ਲਈ ਤੁਹਾਡਾ ਜੀਵਨ ਹੀ ਇਸ ਗੱਲ ਦਾ ਸਭ ਤੋਂ ਭਰੋਸੇਯੋਗ ਸੂਚਕ ਹੈ ਕਿ ਤੁਸੀਂ ਕਿਸ ਉਤੇ ਵਿਸ਼ਵਾਸ ਕਰਦੇ ਹੋ, ਅਤੇ ਯਹੂਦਾ ਦੀ ਪੱਤਰੀ ਇਹੀ ਸਭ ਦੇ ਬਾਰੇ ਹੈ।